ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਆਪਾਂ ਪਹਿਲੀ ਕਿਤਾਬ ਆਲਰੇਡੀ ਕਰ ਚੁੱਕੇ ਹਾਂ। ਦੂਸਰੀ ਕਿਤਾਬ ਦਾ ਆਪਾਂ ਪਹਿਲਾ ਚੈਪਟਰ ਵੀ ਕਰ ਚੁੱਕੇ ਹਾਂ। ਅੱਜ ਆਪਾਂ ਲੈ ਕੇ ਆਏ ਹਾਂ ਸੈਕਿੰਡ ਚੈਪਟਰ। ਇਸਦਾ ਨਾਂ ਹੈ ਈਰਾ ਆਫ ਵਨ ਪਾਰਟੀ ਡੋਮੀਨੈਂਸ, ਕਿ ਇੱਕ ਪਾਰਟੀ ਦੇ ਦਬਦਬਾ ਦਾ ਯੁੱਗ। ਦੇਖੋ ਬੱਚਿਓ, ਆਪਾਂ ਜਾਣਦੇ ਹਾਂ ਕਿ ਭਾਰਤ ਆਜ਼ਾਦ ਹੋਇਆ 1947 ਦੇ ਵਿੱਚ। ਵੈਸੇ ਕੁਝ ਹਿੱਸੇ ਇੰਡੀਆ ਦੇ ਬਾਅਦ 'ਚ ਵੀ ਆਜ਼ਾਦ ਹੋਇਆ, ਜਿਵੇਂ ਕਿ ਗੋਆ, ਦਾਦਰਾ ਨਗਰ ਹਵੇਲੀ, ਦਮਨ ਅਤੇ ਦਿਊ, ਇਹ ਪੁਰਤਗਾਲ ਤੋਂ ਆਜ਼ਾਦ ਹੋਏ 1961 ਦੇ ਵਿੱਚ। ਅਤੇ ਪੁਡੂਚੇਰੀ ਆਜ਼ਾਦ ਹੋਇਆ 1954 ਦੇ ਵਿੱਚ ਫਰਾਂਸ ਤੋਂ। ਬਾਕੀ ਸਾਰਾ ਬ੍ਰਿਟਿਸ਼ ਇੰਡੀਆ ਸੀ। ਬ੍ਰਿਟਿਸ਼ ਇੰਡੀਆ ਆਜ਼ਾਦ ਹੋਇਆ 15 ਅਗਸਤ 1947 ਨੂੰ। ਤਾਂ ਇਸ ਤਰ੍ਹਾਂ ਆਪਣਾ ਜਿਹੜਾ ਇੰਡੀਆ ਹੈਗਾ ਉਹ ਆਜ਼ਾਦ ਹੋਇਆ ਅਤੇ ਉਹਦੇ ਵਿੱਚ ਡੈਮੋਕਰੇਸੀ ਆਈ, ਆਪਣੇ ਕੋਲ ਸੱਤਾ ਆ ਗਈ ਅਤੇ ਇੰਡੀਆ ਦੇ ਵਿੱਚ ਮਲਟੀ ਪਾਰਟੀ ਸਿਸਟਮ ਚੱਲਿਆ ਵੀ। ਤਾਂ ਇੰਡੀਆ ਦੇ ਵਿੱਚ ਨਵੰਬਰ 1946 ਦੇ ਵਿੱਚ ਹੀ ਸੰਵਿਧਾਨ ਸਭਾ ਬਣਾ ਦਿੱਤੀ ਗਈ ਸੀ। ਉਸਨੇ ਸੰਵਿਧਾਨ ਬਣਾਉਣਾ ਸ਼ੁਰੂ ਕਰਤਾ ਅਤੇ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਤਾ। ਹਾਂਜੀ। ਫਿਰ 1951 ਦੇ ਵਿੱਚ ਇੰਡੀਆ 'ਚ ਪਹਿਲੇ ਜਨਰਲ ਇਲੈਕਸ਼ਨ ਹੋਏ, ਲੋਕ ਸਭਾ ਦੇ ਵੀ ਅਤੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਹੋਏ। ਅਤੇ ਇਹ ਹਰੇਕ 5-5 ਸਾਲ ਬਾਅਦ ਇਹ ਇਲੈਕਸ਼ਨ ਹੋਣਗੇ। ਇਹ ਜਿਹੜੇ ਇਲੈਕਸ਼ਨ ਹੋਏ ਇੰਡੀਆ ਦੇ ਵਿੱਚ, ਜਨਰਲ ਇਲੈਕਸ਼ਨ ਬੋਲ ਦਿੰਦੇ ਆ ਲੋਕ ਸਭਾ ਦੇ ਇਲੈਕਸ਼ਨ ਨੂੰ। ਇਹਨਾਂ ਵਿੱਚ ਲਗਾਤਾਰ ਪਹਿਲੀਆਂ ਤਿੰਨੇ ਵਾਰ ਕਾਂਗਰਸ ਪਾਰਟੀ ਜਿੱਤੀ। ਇਸ ਤੋਂ ਬਾਅਦ ਵੀ ਕਾਫੀ ਸਮਾਂ ਸਰਕਾਰਾਂ ਕਾਂਗਰਸ ਦੀਆਂ ਹੀ ਰਹੀਆਂ। ਮੈਂ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰਦਾ, ਤੁਸੀਂ ਦੇਖੋ ਵੀ ਕਦੋਂ ਕਦੋਂ ਤੱਕ ਕਾਂਗਰਸ ਰਹੀ। ਜਿਵੇਂ 1951 ਤੋਂ 56 ਤੱਕ ਨਹਿਰੂ ਜੀ ਪ੍ਰਧਾਨ ਮੰਤਰੀ ਬਣੇ, ਕਾਂਗਰਸ ਨੂੰ ਸੱਤਾ ਮਿਲੀ, ਬਹੁਤ ਸੀਟਾਂ ਮਿਲੀਆਂ। ਦੂਜੀ ਵਾਰੀ 56 'ਚ ਚੋਣਾਂ ਹੋਈਆਂ, ਨਹਿਰੂ ਜੀ ਪ੍ਰਧਾਨ ਮੰਤਰੀ ਬਣੇ, ਬਹੁਤ ਜ਼ਿਆਦਾ ਸੀਟਾਂ ਮਿਲੀਆਂ। ਤੀਜੀ ਵਾਰੀ 61 'ਚ ਚੋਣਾਂ ਹੋਈਆਂ, ਨਹਿਰੂ ਜੀ ਪ੍ਰਧਾਨ ਮੰਤਰੀ ਬਣੇ, ਬਹੁਤ ਜ਼ਿਆਦਾ ਸੀਟਾਂ ਮਿਲੀਆਂ। 350 ਤੋਂ ਉੱਪਰ ਸੀਟਾਂ ਆਉਂਦੀਆਂ ਸੀ ਇਹਨਾਂ ਨੂੰ। ਹਾਂਜੀ, ਉਸ ਤੋਂ ਬਾਅਦ 1964 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਆਪਣੇ ਪਹਿਲੇ PM ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ 1964 ਦੇ ਵਿੱਚ। ਹਾਂਜੀ, ਕਿਉਂਕਿ ਬਹੁਤ ਕੱਦਾਵਰ ਨੇਤਾ ਸੀਗੇ। 1962 ਦੇ ਵਿੱਚ ਚਾਈਨਾ ਨਾਲ ਯੁੱਧ ਹੋ ਗਿਆ, ਤਾਂ ਉਹਦੇ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਮਨ ਨੂੰ ਠੇਸ ਲੱਗੀ, ਤਾਂ 1964 ਦੇ ਵਿੱਚ ਉਹ ਪਾਸ ਅਵੇ ਹੋ ਗਏ, ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੱਚਿਓ ਲਾਲ ਬਹਾਦਰ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣੇ, ਉਹ ਵੀ ਕਾਂਗਰਸ ਤੋਂ ਬਿਲੋਂਗ ਕਰਦੇ ਸੀਗੇ। 1965 ਦੇ ਵਿੱਚ ਆਪਣੀ ਪਾਕਿਸਤਾਨ ਨਾਲ ਲੜਾਈ ਹੋ ਗਈ ਸੀ, ਤਾਂ ਲਾਲ ਬਹਾਦਰ ਸ਼ਾਸਤਰੀ ਜੀ ਤਾਸ਼ਕੰਡ ਐਗਰੀਮੈਂਟ ਸਾਈਨ ਕਰਨ ਗਏ ਸੀਗੇ, ਤਾਸ਼ਕੰਡ ਵਿਖੇ ਉਜ਼ਬੇਕਿਸਤਾਨ ਦੇ ਵਿੱਚ। ਤਾਂ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ, ਜਨਵਰੀ ਮਹੀਨੇ 'ਚ ਗਏ ਸੀਗੇ ਉਹ 1966 ਦੇ ਵਿੱਚ, ਤਾਂ ਉਹ ਪਾਸ ਅਵੇ ਹੋ ਗਏ, ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਣੀ ਕਾਂਗਰਸ ਪਾਰਟੀ ਵੱਲੋਂ। ਹਾਂਜੀ। 1971 ਦੇ ਵਿੱਚ ਫਿਰ ਚੋਣਾਂ ਹੋਣਗੀਆਂ, ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਡੈਜੋਲੂਟ ਕਰਤਾ ਸੀ। ਵੈਸੇ ਤਾਂ 67 'ਚ ਚੋਣਾਂ ਹੋਈਆਂ ਸੀ, ਉਹਦੇ ਵਿੱਚ ਮਸਾਂ ਸਰਕਾਰ ਬਣਾ ਗਈ ਸੀ ਕਾਂਗਰਸ ਵੈਸੇ, ਅਤੇ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ। ਫਿਰ 71 ਦੇ ਵਿੱਚ ਦੁਬਾਰਾ ਚੋਣਾਂ ਹੋਈਆਂ ਤਾਂ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ। ਹਾਂਜੀ। ਫਿਰ ਇਸ ਤੋਂ ਬਾਅਦ 75 'ਚ ਉਹਨਾਂ ਨੇ ਐਮਰਜੈਂਸੀ ਲਾਈ, ਜਿਹਦੇ ਕਰਕੇ ਸਰਕਾਰ ਥੋੜ੍ਹੀ ਜਿਹੀ ਡਾਊਨਫਾਲ 'ਚ ਆਊਗੀ। ਤਾਂ ਪਹਿਲੀ ਵਾਰ ਗੈਰ ਕਾਂਗਰਸ ਪਾਰਟੀ ਸਰਕਾਰ ਬਣੂਗੀ 1977 'ਚ, ਤਾਂ ਉਹ ਬਣੂਗੀ ਜਨਤਾ ਪਾਰਟੀ ਦੀ ਸਰਕਾਰ। ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੂਗਾ, ਜਨਤਾ ਪਾਰਟੀ ਸਰਕਾਰ। ਉਹਨਾਂ 'ਚ ਏਕਤਾ ਦੀ ਕਮੀ ਸੀਗੀ, ਕਿਉਂਕਿ ਉਹਦੇ 'ਚ ਕਾਂਗਰਸ ਵਾਲੇ ਸਾਰੇ ਲੀਡਰ ਅਤੇ ਹੋਰ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਆਈਡੀਓਲੋਜੀ ਸੇਮ ਨਹੀਂ ਸੀਗੀ, ਵਿਚਾਰ ਸੇਮ ਨਹੀਂ ਸੀਗੇ। ਇਸ ਕਰਕੇ 1979 ਦੇ ਵਿੱਚ ਉਹ ਫਾਲ ਡਾਊਨ ਹੋ ਜਾਂਦੀ ਹੈ ਸਰਕਾਰ, ਅਤੇ 79 ਦੇ ਵਿੱਚ ਚੰਦਰ ਸ਼ੇਖਰ ਆ ਜਿਹੜਾ ਉਹ ਪ੍ਰਧਾਨ ਮੰਤਰੀ ਬਣ ਜਾਂਦਾ। ਉਹ ਵੀ ਵੈਸੇ ਰਲੀ ਮਿਲੀ ਸਰਕਾਰ ਸੀਗੀ, ਸੋਰੀ ਚੰਦਰ ਸ਼ੇਖਰ ਨਹੀਂ, ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣ ਜਾਂਦਾ ਗਾ। ਬਾਅਦ ਦੇ ਵਿੱਚ 1980 'ਚ ਫਿਰ ਚੋਣਾਂ ਹੁੰਦੀਆਂ ਨੇ, ਇੰਦਰਾ ਗਾਂਧੀ ਫਿਰ ਵਾਪਸ ਆ ਜਾਂਦੀ ਹੈਗੀ, ਫਿਰ ਕਾਂਗਰਸ ਸਰਕਾਰ। ਫਿਰ 84 ਦੇ ਵਿੱਚ ਉਹਨਾਂ ਦਾ ਅਸੈਸੀਨੇਸ਼ਨ ਹੋ ਜਾਂਦਾ, ਹੱਤਿਆ ਹੋ ਜਾਂਦੀ ਹੈ ਇੰਦਰਾ ਗਾਂਧੀ ਦੀ। ਇਸ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਦਾ ਹੈ। 85 ਦੀ ਚੋਣਾਂ ਹੁੰਦੀਆਂ, ਬਹੁਤ ਵੱਡੀ ਮੈਜੋਰਟੀ ਆਉਂਦੀ ਹੈ ਕਾਂਗਰਸ ਨੂੰ, 415 ਸੀਟਾਂ ਆਉਂਦੀਆਂ ਵੀ। ਫਿਰ 99 ਤੱਕ ਉਹ ਫਿਰ ਪ੍ਰਧਾਨ ਮੰਤਰੀ ਰਹਿਣਗੇ। ਇਸ ਤੋਂ ਬਾਅਦ ਕਿਸੇ ਫਿਰ ਨਾ ਆ ਜਾਂਦਾ ਗਾ ਕੋਲੀਸ਼ਨ ਦਾ ਯੁੱਗ ਆ ਜਾਂਦਾ। ਇੱਥੇ ਕਿਸੇ ਵੀ ਪਾਰਟੀ ਨੂੰ ਲਗਾਤਾਰ ਕੋਈ ਵੀ ਇੱਕ ਪਾਰਟੀ ਨੂੰ ਕੰਪਲੀਟ ਮੈਜੋਰਟੀ ਨਹੀਂ ਮਿਲੀ ਸੀ ਲੋਕ ਸਭਾ ਦੇ ਵਿੱਚ। ਇਸ ਕਰਕੇ ਹੁਣ ਜਿਵੇਂ ਨੈਸ਼ਨਲ ਫਰੰਟ ਦੀ ਸਰਕਾਰ ਬਣੂਗੀ, ਪ੍ਰਧਾਨ ਮੰਤਰੀ ਬਣੂਗਾ VP ਸਿੰਘ। ਇਸ ਤੋਂ ਬਾਅਦ ਚੰਦਰ ਸ਼ੇਖਰ ਬਣ ਜੂਗਾ। ਫਿਰ ਚੋਣਾਂ ਹੋਣਗੀਆਂ ਤਾਂ ਫਿਰ PV ਨਰਸਿਮਹਾ ਰਾਓ ਕਾਂਗਰਸ ਦਾ, ਉਹਨਾਂ ਦੀ ਸਰਕਾਰ 5 ਸਾਲ ਰਹੂਗੀ ਇੱਥੇ। ਇਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ 13 ਦਿਨ ਦੀ ਸਰਕਾਰ ਵਿੱਚ, HD ਦੇਵੇਗੌੜਾ, ਫਿਰ ਇੰਦਰ ਕੁਮਾਰ ਗੁਜਰਾਲ, ਇਹ ਸਾਰੀਆਂ ਨਾ ਕੋਲੀਸ਼ਨ ਵਾਲੀਆਂ ਗੌਰਮੈਂਟਸ ਨੇ। ਫਿਰ ਇਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ 98 ਦੁਬਾਰਾ ਆ ਜਾਣਗੇ। ਫਿਰ 1 ਸਾਲ ਬਾਅਦ ਚੋਣਾਂ ਹੋਣਗੀਆਂ 99 'ਚ, ਫਿਰ ਅਟਲ ਬਿਹਾਰੀ ਵਾਜਪਾਈ 5 ਸਾਲ ਸਰਕਾਰ ਚਲਾਉਣਗੇ BJP ਦੀ। ਹੁਣ ਦੇਖੋ ਇੱਥੇ BJP ਦੀ ਸਰਕਾਰ ਆਈ ਹੈਗੀ 98 ਤੋਂ ਕਹਿ ਸਕਦੇ ਆਪਾਂ 2004 ਤੱਕ। ਫਿਰ 2004 ਤੋਂ ਲੈ ਕੇ 2014 ਤੱਕ
ਡਾਕਟਰ ਮਨਮੋਹਨ ਸਿੰਘ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਬਣਨਗੇ, ਬਟ ਇੱਥੇ ਇੱਕ ਅਲਾਇੰਸ ਬਣ ਚੁੱਕਿਆ, ਯੂਪੀਏ ਅਲਾਇੰਸ ਹੈਗਾ। ਕਾਂਗਰਸ ਕੋਲ ਸਭ ਤੋਂ ਵੱਧ ਸੀਟਾਂ ਸੀਗੀਆਂ, ਪਰ ਯੂਪੀਏ ਅਲਾਇੰਸ 2004 'ਚ ਬਣਿਆ ਸੀਗਾ। ਤਾਂ ਇਹ ਵੀ ਇੱਕ ਅਲਾਇੰਸ ਵਾਲੀ ਗੌਰਮੈਂਟ ਸੀ, ਬਟ ਡੋਮੀਨੇਟ ਇਹਦੇ 'ਚ ਕਾਂਗਰਸ ਦਾ ਹੀ ਸੀਗਾ। ਤਾਂ ਇਸ ਤੋਂ ਬਾਅਦ 2014 'ਚ ਮੋਦੀ ਜੀ ਆਏ ਹੈਗੇ, ਬੀਜੇਪੀ ਦੀ ਕੰਪਲੀਟ ਮੈਜੋਰਟੀ ਆਈ ਸੀ, ਬਟ ਉਹਨਾਂ ਦਾ ਵੀ ਇੱਕ ਅਲਾਇੰਸ ਹੈ ਐਨਡੀਏ। ਹਾਂਜੀ, ਤਾਂ ਇਹ ਸੀਗਾ ਬੱਚੇ ਹੁਣ ਤੱਕ ਜਿਹੜੇ ਮੋਦੀ ਜੀ ਆ ਉਹ ਪੀਐਮ ਬਣੇ ਹੋਏ ਆ ਇੰਡੀਆ ਦੇ। ਤਾਂ ਇਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਨੇ ਕਿੰਨਾ ਲੰਬਾ ਸਮਾਂ ਰਾਜ ਕਰਿਆ ਹੈਗਾ, ਅਤੇ ਇਸੇ ਕਰਕੇ ਇਹ ਚੈਪਟਰ ਹੈਗਾ ਈਰਾ ਆਫ ਵਨ ਪਾਰਟੀ ਡੋਮੀਨੈਂਸ, ਵੀ ਇੱਕ ਪਾਰਟੀ ਦੇ ਦਬਦਬਾ ਦਾ ਯੁੱਗ। ਆਪਾਂ ਦੇਖਦੇ ਹਾਂ ਵੀ ਇੱਕ ਪਾਰਟੀ ਦਾ ਦਬਦਬਾ ਕਿਉਂ ਰਿਹਾ, ਉਹਦੇ ਬਾਰੇ ਆਪਾਂ ਸਾਰਾ ਕੁਝ ਪਤਾ ਕਰਾਂਗੇ ਇਸ ਚੈਪਟਰ ਦੇ ਵਿੱਚ। ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਅਤੇ ਬਹੁਤ ਛੋਟਾ ਜਿਹਾ ਚੈਪਟਰ ਹੈ, ਜ਼ਿਆਦਾ ਵੱਡਾ ਹੈ ਨਹੀਂ ਗਾ, ਅਤੇ ਬਹੁਤ ਆਸਾਨ ਹੈਗਾ। ਹਾਂਜੀ, ਜੋ ਵਧੀਆ ਸਵਾਲ ਆਉਂਦੇ ਹੈਗੇ, ਬਹੁਤ ਸੌਖਾ ਹੈਗਾ, ਇਹਦੇ 'ਚ ਨੰਬਰ ਗੇਨ ਕਰ ਸਕਦੇ ਹੋ ਵੀ। ਸ਼ੁਰੂ ਕਰਦੇ ਹਾਂ ਵੀ। ਪਹਿਲਾ ਟੋਪਿਕ ਹੈ ਵੀ ਚੈਲੰਜ ਆਫ ਦਾ ਬਿਲਡਿੰਗ ਡੈਮੋਕਰੇਸੀ। ਦੇਖੋ ਬੱਚਿਓ, ਜਦੋਂ ਆਪਣਾ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ, ਆਪਾਂ ਇਹਦੇ 'ਚ ਇਲੈਕਸ਼ਨ ਕਰਾਉਣੇ ਹੈ, ਇਹਦੇ 'ਚ ਆਪਾਂ ਅਡਲਟ ਫਰੈਂਚਾਈਜ਼ ਅਨੁਸਾਰ ਇਲੈਕਸ਼ਨ ਕਰਾਉਣੇ ਹੈ, ਆਪਾਂ ਪਾਰਟੀਆਂ ਨੂੰ ਮਾਨਤਾ ਦੇਣੀ ਹੈ, ਆਪਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਣਾਉਣਾ ਗਾ, ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣੇ ਹੈਗੇ। ਤਾਂ ਇਹ ਬਹੁਤ ਵੱਡਾ ਚੈਲੰਜ ਸੀਗਾ, ਤਾਂ ਡੈਮੋਕਰੇਸੀ ਨੂੰ ਸਟੇਬਲਿਸ਼ ਕਰਨਾ ਇੰਡੀਆ ਦੇ ਵਿੱਚ, ਕਿਉਂਕਿ ਇੰਡੀਆ ਸਾਈਜ਼ ਦੇ ਵਿੱਚ ਬਹੁਤ ਵੱਡਾ ਹੈਗਾ, ਇੰਡੀਆ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ। ਤਾਂ ਉਹਦੇ ਵਿੱਚ ਫਰੀ ਅਤੇ ਫੇਅਰ ਇਲੈਕਸ਼ਨ ਕਰਾਉਣੇ ਅਤੇ ਡੈਮੋਕਰੇਸੀ ਨੂੰ ਐਸਟੈਬਲਿਸ਼ ਕਰਨਾ ਬਹੁਤ ਵੱਡਾ ਚੈਲੰਜ ਸੀਗਾ। ਚਲੋ ਦੇਖਦੇ ਹਾਂ, ਇਹ ਬਹੁਤ ਆਸਾਨ ਜਿਹਾ ਹੈਗਾ। ਪਹਿਲਾ ਪੁਆਇੰਟ ਹੈ ਵੀ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਜ ਸੈਟਅਪ ਇਨ ਜਨਵਰੀ 1950, ਸੁਕੁਮਾਰ ਸੇਨ ਬਕੇਮ ਦਾ ਫਸਟ ਚੀਫ ਇਲੈਕਸ਼ਨ ਕਮਿਸ਼ਨਰ। ਦੇਖੋ ਵੀ ਇੱਕ ਆਰਟੀਕਲ 324 ਹੁੰਦਾ ਕੌਂਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਪਾਰਟ 15 ਦੇ ਵਿੱਚ, 15ਵੇਂ ਪਾਰਟ ਦੇ ਵਿੱਚ ਇੱਕ ਆਰਟੀਕਲ ਹੁੰਦਾ 324, ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜ਼ਿਕਰ ਕੀਤਾ ਗਿਆ। ਇਹ ਇੱਕ ਕੌਂਸਟੀਟਿਊਸ਼ਨਲ ਬਾਡੀ ਹੈ, ਇਸ ਦੇ ਵਿੱਚ 3 ਪਰਸਨ ਹੁੰਦੇ ਆ, 2 ਇਲੈਕਸ਼ਨ ਕਮਿਸ਼ਨਰ ਹੁੰਦੇ ਆ, ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਗਾ। ਜਿਹੜਾ ਆਪਣਾ ਪਹਿਲਾ ਚੀਫ ਇਲੈਕਸ਼ਨ ਕਮਿਸ਼ਨਰ ਸੀਗਾ, ਉਹ ਸੀਗਾ ਸੁਕੁਮਾਰ ਸੇਨ। ਹਾਂਜੀ, ਇਹ ਜਨਵਰੀ 1950 ਦੇ ਵਿੱਚ ਚੁਣਿਆ ਗਿਆ ਸੀ। ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦਾ ਹੈ, ਇਹਦੀ ਜ਼ਿੰਮੇਵਾਰੀ ਹੁੰਦੀ ਹੈ ਇਲੈਕਸ਼ਨ ਕਰਵਾਉਣੇ, ਜਿਵੇਂ ਰਾਸ਼ਟਰਪਤੀ ਦੇ, ਉਪ ਰਾਸ਼ਟਰਪਤੀ ਦੇ, ਲੋਕ ਸਭਾ ਦੇ, ਰਾਜ ਸਭਾ ਦੇ, ਵਿਧਾਨ ਸਭਾਵਾਂ ਦੇ, ਵਿਧਾਨ ਪਰਿਸ਼ਦ ਦੇ, ਇਹਨਾਂ ਦੇ ਇਲੈਕਸ਼ਨ ਕਰਵਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਵੋਟਰ ਸੂਚੀਆਂ ਤਿਆਰ ਕਰਨੀਆਂ, ਪਾਰਟੀਆਂ ਨੂੰ ਮਾਨਤਾ ਦੇਣੀ, ਕੋਈ ਖੇਤਰੀ ਪਾਰਟੀ ਹੈ, ਕੋਈ ਨੈਸ਼ਨਲ ਪਾਰਟੀ ਹੈ, ਉਹਨਾਂ ਨੂੰ ਨਿਸ਼ਾਨ ਵੰਡਣੇ, ਵੋਟਰ ਸੂਚੀਆਂ ਤਿਆਰ ਕਰਨੀਆਂ, ਜਾਂ ਬਾਊਂਡਰੀ ਡਿਕਲੇਅਰ ਕਰਨੀਆਂ ਵੀ ਇੱਥੋਂ ਤੱਕ ਬਾਊਂਡਰੀ ਹੈ, ਡਰੋਅ ਕਰਨੀਆਂ ਬਾਊਂਡਰੀ, ਜਾਂ ਬਾਊਂਡਰੀ ਬਦਲਣੀਆਂ। ਇਹ ਬਹੁਤ ਜ਼ਿਆਦਾ ਕੰਮ ਹੁੰਦਾ ਇਲੈਕਸ਼ਨ ਕਮਿਸ਼ਨ ਦਾ। ਹਾਂਜੀ, ਤਾਂ ਪਹਿਲੀ ਵਾਰੀ ਆਪਣੇ ਇਲੈਕਸ਼ਨ ਕਮਿਸ਼ਨ, ਇਹ ਸਵਾਲ ਆਊਗਾ ਤੁਹਾਨੂੰ, ਛੋਟਾ ਸਵਾਲ ਆ ਸਕਦਾ ਹੈਗਾ ਕਿ ਆਪਣੇ ਫਸਟ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਸੀਗੇ? ਸੁਕੁਮਾਰ ਸੇਨ। ਉਹਨੂੰ ਕਦੋਂ ਬਣਾਇਆ ਗਿਆ? 1950 'ਚ ਬਣਾਇਆ ਗਿਆ। ਅੱਗੇ ਵੀ ਇੰਡੀਆ ਇਜ਼ ਬਿਗ ਇਨ ਸਾਈਜ਼ ਐਂਡ ਹੈਜ਼ ਪਾਪੂਲੇਸ਼ਨ ਅਪਰੋਕਸੀਮੇਟਲੀ 140 ਕਰੋੜ, ਸੋ ਇਟ ਵਾਜ਼ ਨਾਟ ਈਜ਼ੀ ਟੂ ਹੋਲਡ ਏ ਫਰੀ ਐਂਡ ਫੇਅਰ ਇਲੈਕਸ਼ਨ ਇਨ ਇੰਡੀਆ। ਦੇਖੋ ਵੀ ਇੱਥੇ ਨਾ ਜਿਹੜੀ ਜਨਸੰਖਿਆ ਹੋਣ ਵਾਲੀ ਲਿਖੀ ਗਈ, ਇਹ ਤੁਸੀਂ ਪਹਿਲਾਂ ਨਹੀਂ, ਉਸ ਸਮੇਂ ਵੀ ਇੰਡੀਆ ਦੀ ਜਿਹੜੀ ਜਨਸੰਖਿਆ ਉਹ 40 ਕਰੋੜ ਦੇ ਕਰੀਬ ਸੀਗੀ। ਤਾਂ ਇੰਡੀਆ ਜਿਹੜਾ ਬਹੁਤ ਵੱਡਾ ਸਾਈਜ਼ ਹੈ, ਵੀ ਇੰਡੀਆ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਸੀਗੀ, ਲਗਭਗ 40 ਕਰੋੜ ਦੇ ਜਿਹੜੀ ਆਬਾਦੀ ਸੀਗੀ ਇੰਡੀਆ ਦੀ। ਅਤੇ ਇਸ ਦੇ ਕਰਕੇ ਬਿਲਕੁਲ ਈਜੀ ਨਹੀਂ ਸੀਗਾ ਇੱਥੇ ਫਰੀ ਅਤੇ ਫੇਅਰ ਇਲੈਕਸ਼ਨ ਕਰਾਉਣੇ, ਬਿਲਕੁਲ ਵੀ ਆਸਾਨ ਨਹੀਂ ਹੈਗੇ ਸੀਗੇ। ਹਾਂਜੀ, ਅੱਗੇ ਵੱਧਦੇ ਹਾਂ। ਟੂ ਹੋਲਡਿੰਗ ਐਂਡ ਇਲੈਕਸ਼ਨ ਰਿਕੁਆਇਰ ਡਰਾਇੰਗ ਦਾ ਬਾਊਂਡਰੀਜ਼। ਇਲੈਕਸ਼ਨ ਕਰਵਾਉਣ ਤੋਂ ਪਹਿਲਾਂ, ਹੋਲਡ ਕਰਾਉਣ ਤੋਂ ਪਹਿਲਾਂ ਬਾਊਂਡਰੀ ਨੂੰ ਡਰਾ ਕਰ ਦਿੱਤਾ ਗਿਆ ਵੀ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਵੀ ਇੱਥੋਂ ਤੱਕ ਬਠਿੰਡਾ ਕੌਂਸਟੀਟਿਊਂਸੀ ਹੋਊਗੀ, ਇੱਥੋਂ ਤੱਕ ਜਲੰਧਰ ਕੌਂਸਟੀਟਿਊਂਸੀ ਹੋਊਗੀ, ਇੱਥੋਂ ਤੱਕ ਅੰਮ੍ਰਿਤਸਰ ਕੌਂਸਟੀਟਿਊਂਸੀ ਹੋਊਗੀ, ਇੱਥੋਂ ਤੱਕ ਜੈਪੁਰ ਕੌਂਸਟੀਟਿਊਂਸੀ ਹੋਊਗੀ, ਇਸ ਤਰ੍ਹਾਂ। ਹਾਂਜੀ, ਇੰਡੀਆ ਦੇ ਵਿੱਚ ਲੋਕ ਸਭਾ ਦੇ ਵਿੱਚ ਇਸ ਸਮੇਂ 545 ਸੀਟਸ ਨੇ। ਸ਼ੁਰੂ 'ਚ ਮੈਨੂੰ ਲੱਗਦਾ 499 ਸੀਟ ਸੀਗੀਆਂ। ਹਾਂਜੀ, ਟੂ ਪ੍ਰਪੇਅਰ ਦਾ ਲਿਸਟ ਆਫ ਆਲ ਦਾ ਸਿਟੀਜ਼ਨ ਐਲੀਜੀਬਲ ਟੂ ਵੋਟ। ਉਹ ਸਾਰੇ ਐਲੀਜੀਬਲ ਵੋਟਰਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ, ਸਾਰੇ ਸਿਟੀਜ਼ਨ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਜਿਹੜੇ ਵੋਟ ਪਾਉਣ ਲਈ ਐਲੀਜੀਬਲ ਸੀਗੇ। ਦੀਜ਼ ਵਰ 17 ਕਰੋੜ ਐਲੀਜੀਬਲ ਵੋਟਰਸ, 3200 MLA ਇਨ ਲੈਜਿਸਲੇਚਰ ਇਲੈਕਸ਼ਨ ਐਂਡ 499 MP ਆਫ ਦਾ ਲੋਕ ਸਭਾ। ਜਿਹੜੀ ਪਹਿਲੀਆਂ ਜਨਰਲ ਇਲੈਕਸ਼ਨ ਹੋਈਆਂ ਉਹਦੇ ਵਿੱਚ ਵੋਟ ਪਾਉਣ ਵਾਲੇ ਜਿਹੜੇ ਐਲੀਜੀਬਲ ਵੋਟਰ ਸੀ ਉਹ 17 ਕਰੋੜ ਸੀਗੇ। 3200 MLA ਚੋਣ ਲੜ ਰਹੇ ਸੀਗੇ, ਅਤੇ 499 MP ਲੋਕ ਸਭਾ ਲਈ ਚੁਣਨੇ ਸੀਗੇ। ਹਾਂਜੀ, ਇਹ 3200 MLA ਨਾ ਪੂਰੇ ਦੇਸ਼ ਦੇ ਹੈਗੇ, ਅਲੱਗ ਅਲੱਗ ਸਟੇਟਾਂ ਦੇ ਹੈ। ਓਨਲੀ 15% ਆਫ ਦੀਜ਼ ਐਲੀਜੀਬਲ ਵੋਟਰਸ ਵਰ ਇਲਿਟਰੇਟ। ਇਹਨਾਂ ਵਿੱਚੋਂ ਸਿਰਫ 15% ਵੋਟਰ ਹੀ ਪੜ੍ਹੇ ਲਿਖੇ ਸੀਗੇ ਵੀ, ਜਿਹੜੇ ਵੋਟ ਕਰ ਰਹੇ ਹੈਗੇ। ਇੰਡੀਆ ਅਡੋਪਟਡ ਦਾ ਕੰਸੈਪਟ ਆਫ ਦਾ ਯੂਨੀਵਰਸਲ ਅਡਲਟ ਫਰੈਂਚਾਈਜ਼ ਐਂਡ ਮੈਨੀ ਪੀਪਲ ਕ੍ਰਿਟੀਸਾਈਜ਼ ਇਟ। ਇੰਡੀਆ ਨੇ ਵੀ ਯੂਨੀਵਰਸਲ ਅਡਲਟ ਫਰੈਂਚਾਈਜ਼ ਆ ਜਿਹੜਾ ਉਹ ਕੰਸੈਪਟ ਅਪਣਾਇਆ, ਵੀ ਜਦੋਂ ਕਿਸੇ ਦੀ ਉਸ ਸਮੇਂ 21 ਸਾਲ ਉਮਰ ਸੀਗੀ ਵੋਟ ਪਾਉਣ ਦੀ, ਜਦੋਂ ਕਿਸੇ ਦੀ 21 ਸਾਲ ਉਮਰ ਹੋ ਗਈ ਉਹ ਵੋਟ ਪਾਉਣ ਦਾ ਅਧਿਕਾਰ, ਬਾਲਗ ਮਤ ਅਧਿਕਾਰ ਮਿਲ ਗਿਆ ਉਹਨੂੰ। ਵੈਸੇ ਇਹ ਉਮਰ ਨਾ 1999 ਦੇ ਵਿੱਚ 61ਵੇਂ ਸੰਸ਼ੋਧਨ ਦੇ ਵਿੱਚ ਘਟਾ ਕੇ 16 ਸਾਲ ਕਰ ਦਿੱਤੀ ਗਈ ਸੀਗੀ।
ਹਾਂਜੀ। ਬਹੁਤ ਸਾਰੇ ਲੋਕਾਂ ਨੇ ਇਹਦੀ ਨਿੰਦਿਆ ਕੀਤੀ, ਆਲੋਚਨਾ ਕੀਤੀ ਵੀ ਇਹ ਗਲਤ ਕੀਤਾ ਗਾ। ਐਨ ਇੰਡੀਅਨ ਐਡੀਟਰ ਕਾਲਡ ਇਟ ਦਾ ਬਿਗੈਸਟ ਗੈਂਬਲ ਇਨ ਹਿਸਟਰੀ। ਇੱਕ ਅਖਬਾਰ ਹੈ ਵੀ ਇੰਡੀਅਨ ਐਡੀਟਰ, ਉਹਨੇ ਕਿਹਾ ਸੀ ਵੀ ਇਹ ਇੱਕ ਬਹੁਤ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਜੂਆ ਗਾ, ਬਹੁਤ ਵੱਡਾ ਗੈਂਬਲ ਹੋਇਆ ਗਾ ਇਹ। ਹਾਂਜੀ, ਅੱਗੇ ਵੱਧਦੇ ਹਾਂ ਬੱਚਿਓ। ਦਾ ਫਸਟ ਇਲੈਕਸ਼ਨ ਹੈਲਡ ਫਰਾਮ ਅਕਤੂਬਰ 1951 ਟੂ ਫਰਵਰੀ 1952। ਜਿਹੜੇ ਪਹਿਲੇ ਜਨਰਲ ਇਲੈਕਸ਼ਨ ਸੀਗੇ ਉਹ 1951 ਤੋਂ ਫਰਵਰੀ 1952 ਦੇ ਦੌਰਾਨ ਹੋਏ। ਮਤਲਬ ਕਿ 6 ਮਹੀਨਿਆਂ ਦੇ ਕਰੀਬ ਸਮਾਂ ਲੱਗ ਗਿਆ ਵੀ, 6 ਮਹੀਨਿਆਂ ਦੇ ਕਰੀਬ ਸਮਾਂ ਲੱਗ ਗਿਆ। ਇਟ ਟੁੱਕ 6 ਮੰਥ ਫਾਰ ਦਾ ਕੰਪੇਨਿੰਗ ਪੋਲਿੰਗ ਐਂਡ ਕਾਊਂਟਿੰਗ ਟੂ ਬੀ ਕੰਪਲੀਟਡ। ਇਸ ਦੇ ਵਿੱਚ 6 ਮਹੀਨੇ ਦਾ ਸਮਾਂ ਲੱਗ ਗਿਆ ਪ੍ਰਚਾਰ ਕਰਨ ਦੇ ਲਈ, ਪੋਲਿੰਗ ਕਰਵਾਉਣ ਦੇ ਲਈ, ਗਿਣਤੀ ਕਰਨ ਦੇ ਲਈ। ਹਾਂਜੀ, ਗਿਣਤੀ ਨੂੰ ਕੰਪਲੀਟ ਕਰਨ ਦੇ ਲਈ। ਦਾ ਇੰਡੀਅਨ ਐਕਸਪੈਰੀਮੈਂਟ ਹੈਡ ਪ੍ਰੂਵਡ ਦਾ ਕ੍ਰਿਟਿਕਸ ਰੌਂਗ। ਜਿਹੜਾ ਭਾਰਤ ਦਾ ਤਜਰਬਾ ਸੀਗਾ ਉਹਨੇ ਆਲੋਚਕਾਂ ਨੂੰ ਗਲਤ ਸਾਬਤ ਕਰਤਾ ਵੀ। ਭਾਰਤ ਦੇ ਵਿੱਚ ਇੰਨੇ ਵਧੀਆ ਇਲੈਕਸ਼ਨ ਹੋਏ, ਭਾਰਤ ਦੇ ਵਿੱਚ ਵੋਟ ਦੀ ਵਰਤੋਂ ਲੋਕਾਂ ਨੇ ਇੰਨੇ ਵਧੀਆ ਸੁਚੱਜੇ ਢੰਗ ਨਾਲ ਕੀਤੀ ਅਤੇ ਭਾਰਤ ਦੇ ਵਿੱਚ ਪਹਿਲੀ ਸਰਕਾਰ ਵੀ ਚੁਣੀ ਗਈ। ਉਹਨਾਂ ਨੇ ਨਿੰਦਕਾਂ ਦੇ ਮੂੰਹ ਬੰਦ ਕਰਤੇ, ਉਹਨਾਂ ਨੇ ਆਲੋਚਕਾਂ ਨੂੰ ਗਲਤ ਸਾਬਤ ਕਰਤਾ ਵੀ। ਹਾਂਜੀ, ਤਾਂ ਇਹ ਸੀਗਾ ਵੀ ਚੈਲੰਜ ਆਫ ਦਾ ਬਿਲਡਿੰਗ ਡੈਮੋਕਰੇਸੀ। ਅਗਲਾ ਪੁਆਇੰਟ ਹੈ ਵੀ ਕਾਂਗਰਸ ਡੋਮੀਨੈਂਸ ਇਨ ਦਾ ਫਸਟ 3 ਜਨਰਲ ਇਲੈਕਸ਼ਨ। ਹਾਂਜੀ, ਪਹਿਲੇ ਤਿੰਨੇ ਜਨਰਲ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਡੋਮੀਨੈਂਸ ਰਿਹਾ ਵੀ। ਹੋਰ ਪਾਰਟੀ ਨੂੰ ਬਹੁਤ ਘੱਟ ਸੀਟਾਂ ਮਿਲਦੀਆਂ ਸੀਗੀਆਂ ਜਾਂ ਬਿਲਕੁਲ ਨਹੀਂ ਮਿਲਦੀਆਂ ਸੀਗੀਆਂ, ਇਹ ਕਹਿ ਸਕਦੇ ਹਾਂ ਆਪਾਂ। 350 ਤੋਂ ਉੱਪਰ ਸੀਟਾਂ ਆਉਂਦੀਆਂ ਰਹੀਆਂ ਨੇ ਲੋਕ ਸਭਾ ਦੇ ਵਿੱਚ। ਹਾਂਜੀ, ਪਹਿਲਾ ਪੁਆਇੰਟ ਆ ਬੱਚਿਓ, ਕਾਂਗਰਸ ਪਾਰਟੀ ਵਨ 364 ਆਫ ਦਾ 499 ਸੀਟਸ ਇਨ ਦਾ ਫਸਟ ਲੋਕ ਸਭਾ। ਕਾਂਗਰਸ ਨੇ ਪਹਿਲੇ ਜਨਰਲ ਇਲੈਕਸ਼ਨ ਦੇ ਵਿੱਚ 499 ਚੋਂ 364 ਸੀਟਾਂ ਜਿੱਤੀਆਂ ਵੀ, ਦੇਖੋ ਕਿੰਨੀ ਵੱਡੀ ਮੈਜੋਰਟੀ ਹੈਗੀ। ਇਸ ਤੋਂ ਬਾਅਦ ਦ ਕਮਿਊਨਿਸਟ ਪਾਰਟੀ ਆਫ ਇੰਡੀਆ ਦੈਟ ਕੇਮ ਨੈਕਸਟ ਇਨ ਟਰਮਸ ਆਫ ਸੀਟਸ ਵਨ ਓਨਲੀ 16 ਸੀਟਸ। ਦੂਜੇ ਨੰਬਰ 'ਤੇ ਜਿਹੜੀ ਪਾਰਟੀ ਰਹੀ ਨਾ ਸੀਟਾਂ ਜਿੱਤਣ ਦੇ ਮਾਮਲੇ 'ਚ, ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਰਹੀ, CPI, ਅਤੇ ਉਸ ਨੂੰ ਵੀ ਸਿਰਫ 16 ਸੀਟਾਂ ਹੀ ਮਿਲੀਆਂ ਵੀ ਗਿਣਤੀ ਦੀਆਂ। ਹਾਂਜੀ, ਅਤੇ ਦੂਜੇ ਨੰਬਰ 'ਤੇ ਸੀ ਇਹ। ਦ ਸਟੇਟ ਇਲੈਕਸ਼ਨ ਵਰ ਹੈਲਡ ਵਿਦ ਦਾ ਲੋਕ ਸਭਾ ਇਲੈਕਸ਼ਨ ਦਾ ਕਾਂਗਰਸ ਵਨ ਐਕਸੈਪਟ 3 ਸਟੇਟ ਤਰਾਵਣਕੋਰ, ਮਦਰਾਸ ਐਂਡ ਉੜੀਸਾ। ਇਹਦੇ ਨਾਲ ਲੈਜਿਸਲੇਚਰ ਦੇ ਇਲੈਕਸ਼ਨ ਵੀ ਹੋਏ ਸੀਗੇ ਵੀ ਸਟੇਟ ਅਸੈਂਬਲੀ ਦੇ। ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਲੋਕ ਸਭਾ ਦੇ ਨਾਲ ਹੀ ਹੋਏ ਸੀਗੇ ਇਹ। ਇਹਨਾਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 3 ਸਟੇਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਟੇਟਾਂ 'ਚ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ। ਕਹਿਣ ਦਾ ਮਤਲਬ ਇਹ ਸਿਰਫ 3 ਸਟੇਟਾਂ ਦੇ ਵਿੱਚ ਹੀ ਹਾਰੀ ਕਾਂਗਰਸ, ਬਾਕੀ ਸਾਰਿਆਂ 'ਚ ਕਾਂਗਰਸ ਦੀ ਸਰਕਾਰ ਆ ਗਈ। ਸੈਂਟਰ 'ਚ ਵੀ ਕਾਂਗਰਸ ਸਰਕਾਰ ਆ ਗਈ ਅਤੇ ਸਟੇਟਾਂ 'ਚ ਵੀ ਕਾਂਗਰਸ ਸਰਕਾਰ ਆ ਗਈ। ਉਹ 3 ਕਿਹੜੀਆਂ ਸਟੇਟਾਂ ਜਿੱਥੇ ਉਹ ਹਾਰ ਗਈ, ਉਹ ਸੀ, ਇੱਕ ਤਾਂ ਸੀ ਤਰਾਵਣਕੋਰ ਇੱਕ ਪ੍ਰਿੰਸਲੀ ਸਟੇਟ ਸੀ, ਮਤਲਬ ਕਿ ਬਾਅਦ ਦੇ ਵਿੱਚ ਇੰਡੀਆ ਸ਼ਾਮਲ ਕਰਵਾ ਲਈ ਗਈ, ਉਹ ਕੇਰਲਾ ਦੇ ਨੇੜੇ ਸੀ। ਇੱਕ ਮਦਰਾਸ ਸੀ ਅਤੇ ਇੱਕ ਉੜੀਸਾ ਸੀ। ਇੱਥੇ ਕਾਂਗਰਸ ਹੈ ਜਿਹੜੀ ਉਹ ਹਾਰ ਗਈ। ਅੱਗੇ ਵੀ ਸੋ ਦਾ ਪਾਰਟੀ ਰੂਲਡ ਆਲ ਓਵਰ ਦਾ ਕੰਟਰੀ JL ਨਹਿਰੂ ਬਕੇਮ ਦਾ PM ਆਫ ਇੰਡੀਆ। ਤਾਂ ਇਸ ਲਈ ਜਿਹੜੀ ਪਾਰਟੀ ਹੈਗੀ ਕਾਂਗਰਸ ਪਾਰਟੀ ਹੈ ਉਹ ਸਾਰੇ ਇੰਡੀਆ 'ਤੇ ਹੀ ਰੂਲ ਕਰ ਰਹੀ ਹੈਗੀ, ਅਤੇ ਨਹਿਰੂ ਜੀ ਪਹਿਲੇ ਪ੍ਰਧਾਨ ਮੰਤਰੀ ਬਣੇ ਭਾਰਤ ਦੇ। ਹਾਂਜੀ, ਅੱਗੇ ਵੱਧਦੇ ਹਾਂ ਬੱਚਿਓ। ਹਾਂਜੀ, ਅੱਗੇ ਹੈ ਵੀ ਕਮਿਊਨਿਸਟ ਵਿਕਟਰੀ ਇਨ ਕੇਰਲਾ। ਕੇਰਲਾ ਦੇ ਵਿੱਚ ਕਮਿਊਨਿਸਟ ਪਾਰਟੀ ਨੂੰ ਵਿਕਟਰੀ ਮਿਲੀ ਸੀਗੀ ਵੀ, ਜਿੱਤ ਪ੍ਰਾਪਤ ਹੋਈ ਸੀਗੀ। ਦੇਖਦੇ ਹਾਂ ਇਹਦੇ ਵਾਸਤੇ ਅਲੱਗ ਤੋਂ ਲਿਖਿਆ ਤੁਹਾਡੇ ਕਿਤਾਬ ਦੇ ਵਿੱਚ। ਇਨ ਦਾ ਅਸੈਂਬਲੀ ਇਲੈਕਸ਼ਨ ਹੈਲਡ ਇਨ ਮਾਰਚ 1957 ਦਾ ਕਮਿਊਨਿਸਟ ਪਾਰਟੀ ਵਨ ਦਾ ਲਾਰਜੈਸਟ ਨੰਬਰ ਆਫ ਸੀਟ ਇਨ ਦਾ ਕੇਰਲਾ ਲੈਜਿਸਲੇਚਰ। ਅਸੈਂਬਲੀ ਦੇ ਇਲੈਕਸ਼ਨ ਆ ਜਿਹੜੇ ਵੀ ਮਾਰਚ 1957 ਦੇ ਵਿੱਚ ਕਰਵਾਏ ਗਏ, ਇਹਦੇ ਵਿੱਚ ਕਮਿਊਨਿਸਟ ਪਾਰਟੀ ਜਿੱਤ ਗਈ। ਉਹਨੂੰ ਬਹੁਤ ਸਾਰੀਆਂ ਸੀਟਾਂ ਮਿਲੀਆਂ ਕੇਰਲਾ ਲੈਜਿਸਲੇਚਰ ਦੀਆਂ, ਕੇਰਲਾ ਵਿਧਾਨ ਸਭਾ ਦੀਆਂ ਬਹੁਤ ਸਾਰੀਆਂ ਸੀਟਾਂ ਇਹਨੂੰ ਪ੍ਰਾਪਤ ਹੋਈਆਂ। ਹਾਂਜੀ, ਦਾ ਪਾਰਟੀ ਵਨ 60 ਆਫ ਦਾ 126 ਸੀਟਸ ਐਂਡ ਹੈਡ ਦਾ ਸਪੋਰਟ ਆਫ ਦਾ 5 ਇੰਡੀਪੈਂਡੈਂਟਸ। ਇਸਨੇ ਟੋਟਲ 126 ਸੀਟਾਂ ਦੇ ਵਿੱਚੋਂ 60 ਸੀਟਾਂ ਇਕੱਲੀ ਨੇ ਜਿੱਤ ਲਈਆਂ ਕਮਿਊਨਿਸਟ ਪਾਰਟੀ ਨੇ, ਅਤੇ ਇਹਨੂੰ 5 ਇੰਡੀਪੈਂਡੈਂਟ ਆਜ਼ਾਦ ਉਮੀਦਵਾਰਾਂ ਦੀ ਸਪੋਰਟ ਹਾਸਲ ਹੋ ਗਈ, ਤੈਨੂੰ ਸਰਕਾਰ ਬਣਾਈ ਹੋਊਗੀ। ਇਨ 1959 ਦਾ ਕਾਂਗਰਸ ਗੌਰਮੈਂਟ ਦਾ ਸੈਂਟਰ ਡਿਸਮਿਸਡ ਦਾ ਕਮਿਊਨਿਸਟ ਗੌਰਮੈਂਟ ਇਨ ਕੇਰਲਾ ਅੰਡਰ ਦਾ ਆਰਟੀਕਲ 356 ਆਫ ਦਾ ਕੌਂਸਟੀਟਿਊਸ਼ਨ। 1959 ਦੇ ਵਿੱਚ ਵੀ ਕਾਂਗਰਸ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਸੀ, ਉਸਨੇ ਕਮਿਊਨਿਸਟ ਗੌਰਮੈਂਟ ਜਿਹੜੀ ਕੇਰਲਾ ਦੇ ਵਿੱਚ ਉਹਨੂੰ ਡਿਸਮਿਸ ਕਰਤਾ ਅੰਡਰ ਦਾ ਆਰਟੀਕਲ 356 ਕੌਂਸਟੀਟਿਊਸ਼ਨ। ਦੇਖੋ ਵੀ ਆਪਣੇ ਨਾ ਸੰਵਿਧਾਨ ਦੇ ਵਿੱਚ 18ਵੇਂ ਭਾਗ ਦੇ ਵਿੱਚ ਐਮਰਜੈਂਸੀ ਦਾ ਜ਼ਿਕਰ ਕੀਤਾ ਹੋਇਆ ਹੈਗਾ। ਉਹਦੇ ਵਿੱਚ 3 ਆਰਟੀਕਲ ਬਹੁਤ ਮਹੱਤਵਪੂਰਨ ਨੇ। ਇੱਕ ਆਰਟੀਕਲ 352 'ਚ ਨੈਸ਼ਨਲ ਐਮਰਜੈਂਸੀ ਦਾ ਜ਼ਿਕਰ ਹੈਗਾ, 356 'ਚ ਸਟੇਟ ਐਮਰਜੈਂਸੀ ਦਾ, ਜਿਹਨੂੰ ਰਾਸ਼ਟਰਪਤੀ ਰਾਜ ਵੀ ਕਹਿੰਦੇ ਹੈਗੇ, ਅਤੇ ਆਰਟੀਕਲ 360 360 ਉਹਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਦਾ ਜ਼ਿਕਰ ਹੈਗਾ। ਤਾਂ ਇਹਨਾਂ ਨੇ ਸੈਂਟਰ ਗੌਰਮੈਂਟ ਨੇ ਆਰਟੀਕਲ 356 ਨੂੰ ਯੂਜ਼ ਕਰਦੇ ਹੋਏ ਕੇਰਲਾ ਦੀ ਸਟੇਟ ਗੌਰਮੈਂਟ ਨੂੰ ਡੇਗਤਾ,
ਕਿ ਐਮਰਜੈਂਸੀ ਲਾਤੀ, ਸਟੇਟ ਐਮਰਜੈਂਸੀ। ਹਾਂਜੀ। ਦਿਸ ਡਿਸੀਜਨ ਪ੍ਰੂਵਡ ਵੈਰੀ ਕੰਟਰੋਵਰਸ਼ੀਅਲ ਐਂਡ ਦਾ ਮਿਸਯੂਜ ਆਫ ਦਾ ਕੌਂਸਟੀਟਿਊਸ਼ਨ ਐਮਰਜੈਂਸੀ ਪਾਵਰਜ਼। ਜਿਹੜਾ ਇਹ ਫੈਸਲਾ ਸੀਗਾ ਇਹ ਬਹੁਤ ਹੀ ਵਿਵਾਦਾਂ ਭਰਪੂਰ ਸੀਗਾ ਵੀ, ਅਤੇ ਇਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਨੇ ਕੌਂਸਟੀਟਿਊਸ਼ਨ ਐਮਰਜੈਂਸੀ ਪਾਵਰਾਂ ਨੂੰ ਮਿਸਯੂਜ ਕੀਤਾ ਗਿਆ। ਹਾਂਜੀ, ਗਲਤ ਤਰੀਕੇ ਨਾਲ ਇੱਥੇ ਐਮਰਜੈਂਸੀ ਲਾਈ ਗਈ ਹੈਗੀ। ਹਾਂਜੀ, ਅੱਗੇ ਵੱਧਦੇ ਹਾਂ ਵੀ। ਅੱਗੇ ਹੈ ਵੀ ਨੇਚਰ ਆਫ ਦਾ ਕਾਂਗਰਸ ਡੋਮੀਨੈਂਸ, ਵੀ ਕਾਂਗਰਸ ਦੇ ਡੋਮੀਨੈਂਸ ਦਾ ਨੇਚਰ ਕੀ ਹੈਗਾ ਵੀ, ਦੇਖਦੇ ਹਾਂ ਆਪਾਂ। ਪਹਿਲਾ ਪੁਆਇੰਟ ਹੈ ਵੀ ਇੰਡੀਆ ਇਜ਼ ਨਾਟ ਦਾ ਓਨਲੀ ਕੰਟਰੀ ਟੂ ਹੈਵ ਐਕਸਪੀਰੀਅੰਸਡ ਦਾ ਡੋਮੀਨੈਂਸ ਆਫ ਦਾ ਵਨ ਪਾਰਟੀ। ਇਹ ਕਹਿੰਦੇ ਵੀ ਭਾਰਤ ਇਕਲੌਤਾ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿੱਥੇ ਇੱਕੋ ਪਾਰਟੀ ਨੇ ਰੂਲ ਕੀਤਾ ਜਾਂ ਇੱਕੋ ਪਾਰਟੀ ਦਾ ਦਬਦਬਾ ਰਿਹਾ। ਦੇਖੋ ਵੀ ਕੁਝ ਦੇਸ਼ ਇਹੋ ਜਿਹੇ ਨੇ ਜਿੱਥੇ ਵਨ ਪਾਰਟੀ ਰੂਲ ਹੈਗਾ, ਜਿਵੇਂ ਕਿ ਚਾਈਨਾ 'ਚ ਕਮਿਊਨਿਸਟ ਪਾਰਟੀ ਦਾ ਰੂਲ ਹੈਗਾ। ਜਿਵੇਂ ਕਿ USSR ਸੀਗਾ, ਉੱਥੇ ਵੀ ਵਨ ਪਾਰਟੀ ਰੂਲ ਸੀਗਾ, ਓਪੋਜਿਟ ਪਾਰਟੀ ਅਲਾਊ ਹੀ ਨਹੀਂ ਸੀਗੀ। ਇਸੇ ਤਰ੍ਹਾਂ ਹੀ ਕਿਊਬਾ ਦੇ ਵਿੱਚ ਸੀਗਾ ਵੀ, ਇਸੇ ਤਰ੍ਹਾਂ ਹੀ ਸੀਰੀਆ ਦੇ ਵਿੱਚ ਵੀ ਰਿਹਾ ਹੈਗੇ, ਮਿਆਂਮਾਰ ਦੇ ਵਿੱਚ ਵੀ ਰਿਹਾ, ਬੇਲਾਰੂਸ ਦੇ ਵਿੱਚ ਵੀ ਰਿਹਾ। ਤਾਂ ਕਈ ਦੇਸ਼ ਇਹੋ ਜਿਹੇ ਰਹੇ ਆ ਜਿੱਥੇ ਵਨ ਪਾਰਟੀ ਰੂਲ ਰਿਹਾ ਗਾ। ਹਾਂਜੀ, ਦੂਸਰਾ ਪੁਆਇੰਟ ਹੈ ਵੀ ਇਨ ਕੰਟਰੀਜ਼ ਲਾਈਕ ਚਾਈਨਾ, ਕਿਊਬਾ, ਸੀਰੀਆ ਆਰ ਪਰਮਿਟਡ ਟੂ ਬੀ ਰੂਲਡ ਬਾਏ ਵਨ ਪਾਰਟੀ ਬਾਏ ਦਾ ਕੌਂਸਟੀਟਿਊਸ਼ਨ ਪ੍ਰੋਵੀਜ਼ਨਜ਼। ਇੱਥੇ ਸੰਵਿਧਾਨ ਦੇ ਵਿੱਚ ਵੀ ਇਹੋ ਜਿਹਾ ਪ੍ਰਬੰਧ ਕੀਤਾ ਗਿਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਵਨ ਪਾਰਟੀ ਦਾ ਰੂਲ ਹੀ ਹੁੰਦਾ ਗਾ, ਜਿਵੇਂ ਕਿ ਚਾਈਨਾ 'ਚ, ਕਿਊਬਾ 'ਚ, ਸੀਰੀਆ 'ਚ ਇੱਥੇ ਸਿਰਫ ਵਨ ਪਾਰਟੀ ਰੂਲ ਹੁੰਦਾ ਗਾ, ਕਿਉਂਕਿ ਸੰਵਿਧਾਨ ਦੇ ਵਿੱਚ ਇਹੋ ਜਿਹੇ ਪ੍ਰੋਵੀਜ਼ਨ ਕੀਤੇ ਹੋਏ ਆ। ਅੱਗੇ ਤਾਂ ਮਿਆਂਮਾਰ, ਬੇਲਾਰੂਸ, ਇਜਿਪਟ ਆਲਸੋ ਐਕਸਪੀਰੀਅੰਸਡ ਵਨ ਪਾਰਟੀ ਸਿਸਟਮ ਡਿਊ ਟੂ ਲੀਗਲ ਐਂਡ ਮਿਲਟਰੀ ਮੇਜਰਸ। ਤਾਂ ਜਿਵੇਂ ਮਿਆਂਮਾਰ ਹੋ ਗਿਆ, ਬੇਲਾਰੂਸ ਹੋ ਗਿਆ, ਇਜਿਪਟ ਹੋ ਗਿਆ, ਇਹਨਾਂ ਨੇ ਵੀ ਵਨ ਪਾਰਟੀ ਰੂਲ ਸਿਸਟਮ ਨੂੰ ਦੇਖਿਆ ਗਾ, ਪਰ ਉੱਥੇ ਕਾਨੂੰਨੀ ਜਾਂ ਮਿਲਟਰੀ ਮੇਜਰ ਹੋਣ ਕਰਕੇ ਇੱਦਾਂ ਦਾ ਰਿਹਾ ਗਾ। ਮਤਲਬ ਕਿ ਉੱਥੇ ਇਹੋ ਜਿਹੇ ਹਾਲਾਤ ਬਣੇ ਹੋਣਗੇ ਮਿਲਟਰੀ ਮੇਜਰ ਕਰਕੇ, ਜਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲੈਣ ਲੋਕ, ਇਸ ਕਰਕੇ ਵਨ ਪਾਰਟੀ ਰੂਲ ਆਇਆ ਹੋਊਗਾ। ਠੀਕ ਹੈ ਵੀ, ਤਾਂ ਇਹ ਇਕੱਲਾ ਇੰਡੀਆ ਹੀ ਨਹੀਂ ਹੈਗਾ ਜਿੱਥੇ ਇੱਕੋ ਹੀ ਪਾਰਟੀ ਦਾ ਡੋਮੀਨੈਂਸ ਰਿਹਾ ਹੋਵੇ, ਬਹੁਤ ਸਾਰੇ ਹੋਰ ਵੀ ਦੇਸ਼ ਹੈਗੇ ਇੱਦਾਂ ਦੇ। ਚਲੋ ਵੀ ਅੱਗੇ ਵੱਧਦੇ ਹਾਂ ਵੀ। ਅੱਗੇ ਹੈ ਕਾਂਗਰਸ ਐਜ ਸੋਸ਼ਲ ਐਂਡ ਆਈਡੀਓਲੋਜੀਕਲ ਕੋਲੀਸ਼ਨ। ਜਿਹੜੀ ਇਹ ਕਾਂਗਰਸ ਪਾਰਟੀ ਹੈ ਨਾ, ਇਹ ਸਮਾਜਿਕ ਅਤੇ ਵਿਚਾਰਧਾਰਕ ਗਠਬੰਧਨ ਹੈ ਇੱਕ। ਇਹਦੇ ਵਿੱਚ ਆਪਾਂ ਦੇਖਾਂਗੇ ਵੀ ਇਹਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਲੋਕ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਹੈ, ਤਰ੍ਹਾਂ ਤਰ੍ਹਾਂ ਦੀ ਵਿਚਾਰਧਾਰਾ ਰੱਖਣ ਵਾਲੇ ਲੋਕ ਹੈ, ਗਰੀਬ ਹੈ, ਅਮੀਰ ਹੈ। ਦੇਖਦੇ ਹਾਂ ਆਪਾਂ ਇਹਦੇ 'ਚ ਕੀ ਕੁਛ ਆਉਂਦਾ ਗਾ। ਅੱਗੇ ਵੱਧਦੇ ਹਾਂ ਵੀ। ਹਾਂਜੀ, ਕਾਂਗਰਸ ਇਵੋਲਵਡ ਫਰੋਮ ਇਟਸ ਓਰੀਜਨ ਇਨ 28 ਦਸੰਬਰ 1885 ਬਾਏ ਏਓ ਹਿਊਮ। ਜਿਹੜੀ ਕਾਂਗਰਸ ਪਾਰਟੀ ਆ ਨਾ ਵੀ, ਜਿਹੜੀ ਕਾਂਗਰਸ ਪਾਰਟੀ ਹੈ ਇਹ 28 ਦਸੰਬਰ 1885 'ਚ ਬਣੀ ਸੀਗੀ। ਏਓ ਹਿਊਮ ਇੱਕ ਬ੍ਰਿਟਿਸ਼ ਅਧਿਕਾਰੀ ਸੀਗਾ, ਉਹਨੇ ਇਹ ਬਣਾਈ ਸੀਗੀ। ਇਹ ਪਾਰਟੀ 1885 ਈਸਵੀ ਦੇ ਵਿੱਚ ਬੋਂਬੇ ਦੇ ਵਿੱਚ ਬਣਾਈ ਗਈ ਸੀ। ਇਹਦੇ ਵਿੱਚ 72 ਡੈਲੀਗੇਟਾਂ ਨੇ ਭਾਗ ਲਿਆ ਸੀ। ਸੰਤ ਤੇਜਪਾਲ ਸੰਸਕ੍ਰਿਤ ਕਾਲਜ ਸੀਗਾ ਕੋਈ ਬੋਂਬੇ ਦੇ ਵਿੱਚ, ਉੱਥੇ ਇਹ ਬਣਾਈ ਗਈ ਸੀਗੀ। ਅਤੇ ਇਹਦੇ ਪਹਿਲੇ ਪਾਰਟੀ ਪ੍ਰੈਜ਼ੀਡੈਂਟ ਸੀਗੇ ਬੰਮੇਸ਼ ਚੰਦਰ ਬੈਨਰਜੀ। ਬਾਅਦ ਦੇ ਵਿੱਚ ਹਰੇਕ ਸਾਲ ਇਹਨਾਂ ਦਾ ਇੱਕ ਅਧੀਵੇਸ਼ਨ ਹੁੰਦਾ ਸੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ। ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਲੜਾਈ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈਗਾ। ਹਾਂਜੀ, ਪਹਿਲੇ 3 ਜਨਰਲ ਇਲੈਕਸ਼ਨ ਜਿੱਤਣ ਦਾ, ਜਾਂ ਇੰਡੀਆ 'ਤੇ ਇੰਨਾ ਲੰਬਾ ਸਮਾਂ ਰਾਜ ਕਰਨ ਦਾ ਕਾਰਨ ਇੱਕ ਇਹ ਵੀ ਹੈ ਕਿ ਇਹਨਾਂ ਨੇ ਆਜ਼ਾਦੀ ਲੜਾਈ ਲੜੀ ਹੈਗੀ ਕਾਂਗਰਸ ਨੇ। ਹਾਂਜੀ, ਅੱਗੇ ਵੀ ਦ ਕਾਂਗਰਸ ਬਿਗਿਨ ਐਜ ਏ ਪਾਰਟੀ ਡੋਮੀਨੇਟਡ ਬਾਈ ਦਾ ਇੰਗਲਿਸ਼ ਸਪੀਕਿੰਗ ਅਪਰ ਕਾਸਟ, ਅਪਰ ਮਿਡਲ ਕਲਾਸ ਐਂਡ ਅਰਬਨ ਅਲੀਟ। ਕਾਂਗਰਸ ਦੇ ਕਹਿੰਦੇ ਸ਼ੁਰੂਆਤ ਦੇ ਵਿੱਚ ਪਾਰਟੀ ਡੋਮੀਨੇਟ ਹੋਣ ਦਾ ਕਾਰਨ ਇਹ ਵੀ ਹੈਗਾ, ਸੌਰੀ, ਕਾਂਗਰਸ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੇ ਪਾਰਟੀ ਨੋਮੀਨੇਟ ਕਰਦੇ ਸੀ ਜਾਂ ਤਾਂ ਇੰਗਲਿਸ਼ ਸਪੀਕਿੰਗ ਲੋਕ ਕਰਦੇ ਸੀਗੇ, ਜਾਂ ਉੱਪਰਲੀ ਕਲਾਸ ਦੇ ਲੋਕ, ਉੱਚੀ ਜਾਤ ਦੇ ਲੋਕ ਇਹਨੂੰ ਡੋਮੀਨੇਟ ਕਰਦੇ ਸੀਗੇ, ਜਾਂ ਅਪਰ ਮਿਡਲ ਕਲਾਸ ਦੇ ਲੋਕ ਇਹਨੂੰ ਡੋਮੀਨੇਟ ਕਰਦੇ ਸੀਗੇ, ਜਾਂ ਅਰਬਨ ਅਲੀਟ ਸ਼ਹਿਰੀ ਅਮੀਰ ਲੋਕ ਇਹਨੂੰ ਡੋਮੀਨੇਟ ਕਰਦੇ ਸੀਗੇ। ਵੈਸੇ ਇੰਗਲਿਸ਼ ਸਪੀਕਿੰਗ ਹੈਟ ਕੋਟ ਪਹਿਨਣ ਵਾਲੇ ਲੋਕ ਇਹਨੂੰ ਡੋਮੀਨੇਟ ਕਰਦੇ ਸੀ, ਜਿਹੜੇ ਬਾਹਰੋਂ ਪੜ੍ਹ ਕੇ ਆਏ ਸੀ, ਜ਼ਿਆਦਾਤਰ ਇਹਦੇ 'ਚ ਵਕੀਲ ਸੀਗੇ। ਹਾਂਜੀ, ਅੱਗੇ ਵੱਧਦੇ ਹਾਂ ਵੀ। ਇਟ ਬਰਾਊਟ ਟੂਗੈਦਰ ਡਾਇਵਰਸ ਗਰੁੱਪਸ ਲਾਈਕ ਪੀਜੈਂਟਸ ਐਂਡ ਇੰਡਸਟਰੀਅਲਿਸਟ। ਦੇਖੋ ਜਿਹੜੀ ਇਹ ਪਾਰਟੀ ਹੈ ਸਾਰਿਆਂ ਨੂੰ ਇਕੱਠੇ ਲੈ ਕੇ ਆਈ, ਅਲੱਗ ਅਲੱਗ ਵਿਭਿੰਨ ਗਰੁੱਪਾਂ ਨੂੰ ਇਕੱਠੇ ਲੈ ਕੇ ਆਈ, ਜਿਵੇਂ ਕਿ ਇਹਦੇ ਵਿੱਚ ਕਿਸਾਨ ਵੀ ਸੀਗੇ, ਇਹਦੇ ਵਿੱਚ ਇੰਡਸਟਰੀਅਲਿਸਟ ਵੀ ਸੀਗੇ, ਜਿਵੇਂ ਅਰਬਨ ਡਿਵੈਲਪਰ, ਇਹਦੇ ਵਿੱਚ ਸ਼ਹਿਰੀ ਨਿਵਾਸੀ ਵੀ ਸੀਗੇ ਐਂਡ ਵਿਲੇਜਰ ਵੀ ਸੀਗੇ, ਵਰਕਰ ਵੀ ਸੀਗੇ, ਓਨਰ ਵੀ ਸੀਗੇ, ਆਲ ਫਾਊਂਡ ਸਪੇਸ ਇਨ ਦਾ ਕਾਂਗਰਸ। ਤਾਂ ਕਾਂਗਰਸ ਦੇ ਵਿੱਚ ਸਾਰੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਵੀ। ਹਾਂਜੀ, ਸਾਰੇ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ। ਅੱਗੇ ਵੀ
Congress accommodated the revolutionary and pacifist, conservative and radical, extremist and moderate, right and left, all shade of the center। ਜਿਹੜੀ ਕਾਂਗਰਸ ਆ ਉਹ ਸਭ ਦੇ ਅਨੁਕੂਲ ਸੀਗੀ ਵੀ। ਇਸ ਦੇ ਵਿੱਚ ਕ੍ਰਾਂਤੀਕਾਰੀ ਵੀ ਸੀਗੇ, ਸ਼ਾਂਤੀਵਾਦੀ ਵੀ ਸੀਗੇ। ਪੈਸੀਫਿਸਟ ਸ਼ਾਂਤੀਵਾਦੀ ਹੁੰਦੇ ਆ, ਕੰਜ਼ਰਵੇਟਿਵ ਰੂੜੀਵਾਦੀ ਹੁੰਦੇ ਆ ਵੀ, ਕੰਜ਼ਰਵੇਟਿਵ ਸੀ, ਰੈਡੀਕਲ ਵੀ ਸੀ। ਰੈਡੀਕਲ ਹੁੰਦੇ ਆ ਵੀ ਬਹੁਤ ਹੀ ਜਲਦੀ ਚੇਂਜ ਚਾਹੁੰਦੇ ਹੈਗੇ। ਹਾਂਜੀ, ਇਹ 'ਚ ਐਕਸਟਰੀਮਿਸਟ ਵੀ ਸੀਗੇ, ਮੋਡਰੇਟ ਵੀ ਸੀਗੇ। ਐਕਸਟਰੀਮਿਸਟ ਹੁੰਦੇ ਆ ਵੀ ਗਰਮ ਦਲੀਏ, ਮੋਡਰੇਟ ਹੁੰਦੇ ਆ ਨਰਮ ਦਲੀਏ। ਹਾਂਜੀ, ਇਹਦੇ ਵਿੱਚ ਰਾਈਟ ਵਿਚਾਰਧਾਰਾ ਰੱਖਣ ਵਾਲੇ ਵੀ ਸੀਗੇ, ਲੈਫਟ ਵਾਲੇ ਵੀ ਸੀਗੇ। ਅਤੇ ਇਹਦੇ ਵਿੱਚ ਸੈਂਟਰ ਦੇ ਸਭ ਨੇੜੇ ਸੀਗੇ। ਸਾਰੀਆਂ ਤਰ੍ਹਾਂ ਦੀਆਂ ਵਿਚਾਰਧਾਰਾ ਦੇ ਅਕਮੋਡੇਟ ਸੀ ਕਾਂਗਰਸ, ਇਸ ਕਰਕੇ ਇਹ ਸਫਲ ਹੋਈ, ਇਸ ਕਰਕੇ ਇਹਦੇ ਜ਼ਿਆਦਾ ਲੋਕ ਜੁੜੇ। ਹਾਂਜੀ, ਇਹ ਸੀ ਕਾਂਗਰਸ ਦਾ ਸੋਸ਼ਲੀ ਆਈਡੀਓਲੋਜੀਕਲ ਪੋਲੀਸ਼ਨ। ਹੁਣ ਕੁਝ ਪਾਰਟੀਆਂ ਬਾਰੇ ਹੈ ਵੀ, ਕਿਹੜੀਆਂ ਕਿਹੜੀਆਂ ਪਾਰਟੀਆਂ ਕਾਂਗਰਸ ਦੇ ਨਾਲ ਨਾਲ ਚੋਣਾਂ ਲੜਦੀਆਂ ਰਹੀਆਂ ਇੰਡੀਆ ਦੇ ਵਿੱਚ, ਉਹ ਸਰਗਰਮ ਰਹੀਆਂ ਨੇ, ਉਹਨਾਂ ਬਾਰੇ ਹੈ। ਇਹਨਾਂ ਪਾਰਟੀਆਂ ਤੋਂ ਬੱਚੋ ਤੁਹਾਨੂੰ ਸਵਾਲ ਆ ਸਕਦੇ ਹੈਗੇ। ਤੁਸੀਂ ਤਿੰਨ ਗੱਲਾਂ ਯਾਦ ਰੱਖਣੀਆਂ ਨੇ। ਪਹਿਲੇ ਤਾਂ ਇਹ ਵੀ ਇਹ ਪਾਰਟੀ ਫਾਊਂਡ ਕਦੋਂ ਹੋਈ ਹੈਗੀ। ਦੂਸਰਾ ਤੁਸੀਂ ਇਹ ਯਾਦ ਰੱਖਣਾ ਗਾ ਇਸ ਪਾਰਟੀ ਦੀ ਆਈਡੀਓਲੋਜੀ ਕੀ ਸੀਗੀ। ਤੀਸਰਾ ਤੁਸੀਂ ਇਹ ਯਾਦ ਰੱਖਣਾ ਕਿ ਇਹਦੇ ਲੀਡਰ ਕਿਹੜੇ ਕਿਹੜੇ ਸੀਗੇ। ਤੁਹਾਨੂੰ ਫਿਲ ਇਨ ਦਾ ਬਲੈਂਕ 'ਚ ਵੀ ਸਵਾਲ ਆ ਸਕਦਾ ਗਾ, ਮੈਚ ਦਾ ਫੋਲੋਇੰਗ 'ਚ ਵੀ ਆ ਸਕਦਾ ਗਾ, ਤਾਂ ਛੋਟਾ ਸ਼ਾਰਟ ਨੋਟ ਵੀ ਆ ਸਕਦਾ ਪਾਰਟੀ 'ਤੇ। ਅਤੇ ਬਹੁਤ ਆਸਾਨ ਹੈ, ਤੁਸੀਂ ਯਾਦ ਰੱਖ ਸਕਦੇ ਹੋ ਇਹਨਾਂ ਨੂੰ। ਹਾਂਜੀ, ਪਹਿਲੀ ਹੈ ਵੀ ਪਾਰਟੀ ਸੋਸ਼ਲਿਸਟ ਪਾਰਟੀ, ਸਮਾਜਵਾਦੀ ਪਾਰਟੀ। ਸੋਸ਼ਲਿਸਟ ਪਾਰਟੀ ਇਟ ਫੋਰਮਡ ਇਨ 1948 ਬਾਏ ਦਾ ਆਚਾਰੀਆ ਨਰਿੰਦਰ ਦੇਵ। ਇਹ 1948 'ਚ ਬਣਾਈ ਗਈ ਸੀਗੀ ਵੀ ਆਚਾਰੀਆ ਨਰਿੰਦਰ ਦੇਵ ਦੁਆਰਾ। ਦਿਸ ਪਾਰਟੀ ਬਲੀਵਡ ਇਨ ਦਾ ਆਈਡੀਓਲੋਜੀ ਆਫ ਡੈਮੋਕ੍ਰੈਟਿਕ ਸੋਸ਼ਲਿਜ਼ਮ। ਇਹ ਜਿਹੜੀ ਪਾਰਟੀ ਹੈ ਵਿਸ਼ਵਾਸ ਕਰਦੀ ਸੀਗੀ ਲੋਕਤੰਤਰੀ ਸਮਾਜਵਾਦ ਦੇ ਵਿੱਚ, ਲੋਕਤੰਤਰੀ ਸਮਾਜਵਾਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੀ ਸੀ ਇਹ ਪਾਰਟੀ। ਦੇ ਕ੍ਰਿਟੀਸਾਈਡ ਦਾ ਕਾਂਗਰਸ ਫਾਰ ਫੇਵਰਿੰਗ ਕੈਪੀਟਲਿਸਟ ਐਂਡ ਲੈਂਡਲੋਰਡਸ ਐਂਡ ਫਾਰ ਇਗਨੋਰਿੰਗ ਦਾ ਵਰਕਰਸ ਐਂਡ ਦਾ ਪੀਜੈਂਟਸ। ਇਹ ਜਿਹੜੀ ਪਾਰਟੀ ਹੈ ਉਹ ਕਾਂਗਰਸ ਦੀ ਆਲੋਚਨਾ ਕਰਦੀ ਸੀ, ਇਸ ਕਰਕੇ ਵੀ ਇਹ ਪੂੰਜੀਵਾਦੀਆਂ ਦਾ ਫੇਵਰ ਕਰਦੀ ਹੈ, ਲੈਂਡਲੋਰਡਸ ਦਾ ਫੇਵਰ ਕਰਦੀ ਹੈ, ਅਤੇ ਇਗਨੋਰ ਕਰਦੀ ਹੈ ਇਹ ਵਰਕਰਾਂ ਨੂੰ ਅਤੇ ਕਿਸਾਨਾਂ ਨੂੰ। ਹਾਂਜੀ, ਇਸ ਕਰਕੇ ਇਹ ਕਾਂਗਰਸ ਦਾ ਵਿਰੋਧ ਕਰਦੀ ਸੀ। ਦਾ ਸੋਸ਼ਲਿਸਟ ਪਾਰਟੀ ਗੋਡ ਸਪਲਿਟ ਇਨ ਮੈਨੀ ਸੋਸ਼ਲਿਸਟ ਪਾਰਟੀਜ਼। ਅੱਗੇ ਜਾ ਕੇ ਜਿਹੜੀ ਇਹ ਸੋਸ਼ਲਿਸਟ ਪਾਰਟੀ ਹੈ ਬਹੁਤ ਸਾਰੇ ਛੋਟੀਆਂ ਛੋਟੀਆਂ ਪਾਰਟੀਆਂ ਅਤੇ ਬਹੁਤ ਸਾਰੀਆਂ ਸੋਸ਼ਲਿਸਟ ਪਾਰਟੀਆਂ 'ਚ ਵੰਡੀ ਗਈ। ਜਿਵੇਂ ਦੀਜ਼ ਇਨਕਲੂਡ ਦਾ ਕਿਸਾਨ ਮਜ਼ਦੂਰ ਪ੍ਰਜਾ ਪਾਰਟੀ, ਦਾ ਪ੍ਰਜਾ ਸੋਸ਼ਲਿਸਟ ਪਾਰਟੀ, ਪ੍ਰਜਾ ਸੋਸ਼ਲਿਸਟ ਪਾਰਟੀ ਦੇ ਵਿੱਚ ਵੀ ਵੰਡੀ ਗਈ ਇਹ, ਐਂਡ ਸੰਯੁਕਤਾ ਸੋਸ਼ਲਿਸਟ ਪਾਰਟੀ। ਇਹਨਾਂ ਪਾਰਟੀਆਂ ਦੇ ਵਿੱਚ ਇਹ ਸੋਸ਼ਲਿਸਟ ਪਾਰਟੀ ਅੱਗੇ ਡਿਵਾਈਡ ਹੋ ਗਈ। ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ, SM ਜੋਸ਼ੀ ਵਰ ਦਾ ਲੀਡਰ ਆਫ ਦਾ ਸੋਸ਼ਲਿਸਟ ਪਾਰਟੀ। ਜਿਹੜੇ ਇਹ ਲੀਡਰ ਹੈ, ਇਹ ਲੀਡਰ ਤੁਸੀਂ ਯਾਦ ਰੱਖਣੇ ਬਹੁਤ ਮਹੱਤਵਪੂਰਨ ਹੈ ਵੀ। ਜਿਵੇਂ ਕਿ ਜੈ ਪ੍ਰਕਾਸ਼ ਨਾਰਾਇਣ, ਤੁਹਾਨੂੰ ਪੁੱਛ ਲੈਣਗੇ ਜੈ ਪ੍ਰਕਾਸ਼ ਨਾਰਾਇਣ ਦਾ ਕਿਹੜੀ ਪਾਰਟੀ ਨਾਲ ਸੰਬੰਧ ਸੀ, ਤੁਸੀਂ ਕਹੋਗੇ ਸੋਸ਼ਲਿਸਟ ਪਾਰਟੀ ਨਾਲ ਸੰਬੰਧ ਸੀ। ਜਿਵੇਂ SM ਜੋਸ਼ੀ ਦਾ, ਰਾਮ ਮਨੋਹਰ ਲੋਹੀਆ ਕਿਹੜੀ ਪਾਰਟੀ ਨਾਲ ਰਿਲੇਟਡ ਸੀਗੇ, ਜਾਂ ਨਰਿੰਦਰ ਦੇਵ ਕਿਹੜੀ ਪਾਰਟੀ ਨਾਲ ਰਿਲੇਟਡ ਸੀਗੇ, ਤਾਂ ਤੁਸੀਂ ਕਹੋਗੇ ਸੋਸ਼ਲਿਸਟ ਪਾਰਟੀ ਨਾਲ ਰਿਲੇਟਡ ਸੀ। ਜੈ ਪ੍ਰਕਾਸ਼ ਨਾਰਾਇਣ ਬਾਰੇ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਵੀ ਜੈ ਪ੍ਰਕਾਸ਼ ਨਾਰਾਇਣ ਬਹੁਤ ਵੱਡੇ ਨੇਤਾ ਸੀਗੇ, ਬਿਹਾਰ ਦੇ ਨੇਤਾ ਸੀਗੇ ਸ਼ਾਇਦ ਇਹ। ਅਤੇ ਜੈ ਪ੍ਰਕਾਸ਼ ਨਾਰਾਇਣ ਨੂੰ ਲੋਕ ਨਾਇਕ ਵੀ ਕਿਹਾ ਜਾਂਦਾ ਵੀ, ਲੋਕ ਨਾਇਕ। ਤੁਹਾਨੂੰ ਛੋਟਾ ਸਵਾਲ ਆ ਸਕਦਾ ਇਹ। ਹਾਂਜੀ, ਅੱਗੇ ਵੱਧਦੇ ਹਾਂ ਵੀ। ਅੱਗੇ ਹੈ ਵੀ ਭਾਰਤੀ ਜਨਸੰਘ। ਭਾਰਤੀ ਜਨਸੰਘ ਦਾ ਭਾਰਤੀਆ ਜਨਸੰਘ ਬਾਜ ਫਾਰਮਡ ਇਨ 1951 ਬਾਈ ਸ਼ਿਆਮਾ ਪ੍ਰਸਾਦ ਮੁਖਰਜੀ। ਜਿਹੜਾ ਭਾਰਤੀ ਜਨਸੰਘ ਹੈ ਇਹ ਬਣਾਇਆ ਗਿਆ ਸੀਗਾ ਵੀ 1951 ਦੇ ਵਿੱਚ, ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਬਣਾਇਆ ਸੀਗਾ। ਹਾਂਜੀ, ਅੱਗੇ ਦਾ ਇਟ ਐਂਫੇਸਾਈਡ ਦਾ ਆਈਡੀਆ ਆਫ ਵਨ ਕੰਟਰੀ, ਵਨ ਕਲਚਰ, ਵਨ ਨੇਸ਼ਨ ਐਂਡ ਬਿਲੀਵਡ ਦੈਟ ਦਾ ਕੰਟਰੀ ਕੁੱਡ ਬਿਕਮ ਮੋਡਰਨ ਐਂਡ ਪ੍ਰੋਗਰੈਸਿਵ। ਇਹ ਜ਼ੋਰ ਦਿੰਦੇ ਸੀਗੇ ਵੀ ਇੱਕ ਕੰਟਰੀ ਹੋਵੇ, ਇੱਕ ਕਲਚਰ ਹੋਵੇ ਅਤੇ ਇੱਕ ਨੇਸ਼ਨ ਹੋਵੇ। ਇਹਨਾਂ ਦਾ ਵਿਸ਼ਵਾਸ ਸੀਗਾ ਵੀ ਕੰਟਰੀ ਆ ਜਿਹੜਾ ਉਹ ਮੋਡਰਨ ਬਣਨਾ ਚਾਹੀਦਾ ਅਤੇ ਪ੍ਰੋਗਰੈਸਿਵ ਖੁਸ਼ਹਾਲ ਬਣਨਾ ਚਾਹੀਦਾ ਹੈਗਾ ਵੀ। ਹਾਂਜੀ, ਦਾ ਪਾਰਟੀ ਕੋਲਡ ਫਾਰ ਯੂਨੀਅਨ ਆਫ ਦਾ ਇੰਡੀਆ ਐਂਡ ਪਾਕਿਸਤਾਨ ਇਨ ਅਖੰਡ ਭਾਰਤ। ਇਹ ਚਾਹੁੰਦੇ ਸੀਗੇ ਵੀ ਇੰਡੀਆ ਅਤੇ ਪਾਕਿਸਤਾਨ ਜਿਹੜੀ ਵੰਡ ਹੋਈ ਆ ਉਹ ਗਲਤ ਹੋਈ ਹੈ, ਇੰਡੀਆ ਅਤੇ ਪਾਕਿਸਤਾਨ ਦੀ ਦੁਬਾਰੇ ਮੁੜਨ ਜੋੜਨਾ ਚਾਹੀਦਾ ਗਾ, ਅਖੰਡ ਭਾਰਤ ਬਣਾਉਣਾ ਚਾਹੀਦਾ ਆਪਾਂ ਨੂੰ। ਦਾ ਪਾਰਟੀ ਲੀਡਰਸ ਇਨਕਲੂਡ ਸ਼ਿਆਮਾ ਪ੍ਰਸਾਦ ਮੁਖਰਜੀ, ਦੀਨ ਦਿਆਲ ਉਪਾਧਿਆਏ ਐਂਡ ਬਲਰਾਜ ਮੰਧੋਕ। ਇਸ ਪਾਰਟੀ ਦੇ ਲੀਡਰ ਸੀਗੇ ਵੀ ਸ਼ਿਆਮਾ ਪ੍ਰਸਾਦ ਮੁਖਰਜੀ, ਦੀਨ ਦਿਆਲ ਉਪਾਧਿਆਏ ਅਤੇ ਬਲਰਾਜ ਮੰਧੋਕ। ਸ਼ਿਆਮਾ ਪ੍ਰਸਾਦ ਮੁਖਰਜੀ ਬਹੁਤ ਇੰਪੋਰਟੈਂਟ ਹੈ ਵੀ, ਤੁਹਾਨੂੰ ਸਵਾਲ ਆਊਗਾ ਸ਼ਿਆਮਾ ਪ੍ਰਸਾਦ ਮੁਖਰਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀਗੇ, ਤਾਂ ਤੁਸੀਂ ਦੱਸੋਗੇ ਭਾਰਤੀ ਹੈ ਜਨਸੰਘ, ਇਹ ਫਾਊਂਡਰ ਹੀ ਸੀਗੇ ਇਹਦੇ। ਹਾਂਜੀ, ਇਹ ਭਾਰਤੀ ਜਨਸੰਘ ਅੱਗੇ ਜਾ ਕੇ ਮਿਲਦਾ BJP ਦੇ ਵਿੱਚ ਸ਼ਾਮਿਲ ਹੋਊਗਾ 1980 'ਚ। ਅੱਗੇ ਵੀ ਸੁਤੰਤਰਤਾ ਪਾਰਟੀ। ਹਾਂਜੀ, ਪਾਰਟੀ ਫਾਊਂਡ ਇਨ 1959 ਇਨ ਨਾਗਪੁਰ ਰੈਜੋਲੂਸ਼ਨ। ਇੱਕ ਨਾਗਪੁਰ ਰੈਜੋਲੂਸ਼ਨ ਹੋਇਆ ਸੀਗਾ ਵੀ ਕਾਂਗਰਸ ਦੀ ਜਿਹੜੀ ਕੁਝ ਰੈਜੋਲੂਸ਼ਨ ਹੈ ਨਾ, ਇਹ ਆਜ਼ਾਦੀ ਤੋਂ ਬਾਅਦ ਵੀ ਹੁੰਦੇ ਰਹੇ। 1959 ਦੇ ਵਿੱਚ ਇੱਕ ਰੈਜੋਲੂਸ਼ਨ ਨਾਗਪੁਰ ਲੈ ਕੇ ਆਂਦਾ, ਉਹਦੇ ਵਿੱਚ ਜਿਹੜੀ ਸੁਤੰਤਰਤਾ ਪਾਰਟੀ ਆ ਉਹ ਫਾਊਂਡ ਹੋ ਗਈ। ਹਾਂਜੀ, ਇਹਦੇ ਲੀਡਰ ਸੀਗੇ ਜਿਵੇਂ KM ਮੁਨਸ਼ੀ, AG ਰੰਗਾ, ਮੀਨੂ ਮਸਾਣੀ। ਮੀਨੂ ਮਸਾਣੀ ਬਹੁਤ ਇੰਪੋਰਟੈਂਟ ਲੀਡਰ ਹੈਗਾ, ਇਹ ਕਈ ਵਾਰ ਪੁੱਛਿਆ ਗਿਆ ਵੀ, ਇਹ ਯਾਦ ਰੱਖਣਾ ਤੁਸੀਂ।
ਅੱਗੇ ਇਟ ਐਮਫਸਾਈਡ ਦਾ ਆਈਡੀਆ ਆਫ ਕੈਪੀਟਲਿਜ਼ਮ ਐਂਡ ਪ੍ਰਾਈਵੇਟ ਪ੍ਰੋਪਰਟੀ, ਇਟ ਅਪੋਰਡ ਦਾ ਇੰਟਰਵੀਨ ਆਫ ਦਾ ਸਟੇਟ ਇਨ ਇਕੋਨਮੀ। ਬਿਲਕੁਲ ਵੀ ਇਹ ਦੇਖੋ ਇਹਦੀ ਵਿਚਾਰਧਾਰਾ ਵੱਖਰੀ ਹੈ ਸਾਰੀਆਂ ਪਾਰਟੀਆਂ ਨਾਲੋਂ, ਇਹ ਬਹੁਤ ਇੰਪੋਰਟੈਂਟ ਹੈ ਵੀ ਇਹ ਜਿਹੜੀ ਪਾਰਟੀ ਸੀ ਨਾ ਸੁਤੰਤਰਤਾ ਪਾਰਟੀ, ਇਹ ਚਾਹੁੰਦੀ ਸੀਗੀ ਕਿ ਕੈਪੀਟਲਿਜ਼ਮ ਦੇ ਨਾਲ ਇੰਡੀਆ ਦੀ ਗਰੋਥ ਜਲਦੀ ਹੋ ਸਕਦੀ ਹੈ, ਵੀ ਪੂੰਜੀਵਾਦ ਵਿਚਾਰਧਾਰਾ ਨੂੰ ਅਪਣਾਓ, ਵੀ ਜਿਹੜੀ ਕੋਆਪਰੇਟਿਵ ਫਾਰਮਿੰਗ ਹੈ ਉਹਦਾ ਵਿਰੋਧ ਕਰਿਆ ਸੀ ਇਹਨੇ, ਜਿਹੜੇ ਲਾਇਸੈਂਸ ਰਾਜ ਹੈ ਇੰਡਸਟਰੀ ਦੇ ਵਿੱਚ ਉਹਦਾ ਵਿਰੋਧ ਕਰਿਆ ਸੀਗਾ ਇਹਨੇ। ਇਹ ਕਹਿੰਦੇ ਵੀ ਪ੍ਰਾਈਵੇਟ ਪ੍ਰੋਪਰਟੀ ਹੋਣੀ ਚਾਹੀਦੀ ਹੈ, ਸਟੇਟ ਦੀ ਬਹੁਤ ਘੱਟ ਇੰਟਰਵੈਂਸ਼ਨ ਹੋਣੀ ਚਾਹੀਦੀ ਹੈ ਇਕਨੋਮਿਕ ਆਪਰੇਸ਼ਨ ਦੇ ਵਿੱਚ, ਅਤੇ ਇਸ ਕਰਕੇ ਦੇਸ਼ ਦੀ ਜਿਹੜੀ ਤਰੱਕੀ ਉਹ ਛੇਤੀ ਹੋਊਗੀ। ਤਾਂ ਇਹਦੀ ਥੋੜ੍ਹੀ ਵਿਚਾਰਧਾਰਾ ਵੱਖਰੀ ਹੈ, ਇਸ ਕਰਕੇ ਇਹ ਮਹੱਤਵਪੂਰਨ ਹੋ ਜਾਂਦੀ ਹੈ, ਪਰ ਬਾਅਦ ਦੇ ਵਿੱਚ ਇਹ ਪਾਰਟੀ ਡਾਊਨਫਾਲ ਹੋ ਜਾਂਦੀ ਹੈ, ਅੱਗੇ ਜ਼ਿਆਦਾ ਨਹੀਂ ਅੱਗੇ ਜਾ ਸਕਦੀ ਇਹ ਪਾਰਟੀ। ਤਾਂ ਬਟ ਤੁਹਾਡੀ ਕਿਤਾਬ ਦੇ ਵਿੱਚ ਲਿਖਿਆ ਹੋਇਆ, ਤਾਂ ਇਹ ਬਹੁਤ ਮਹੱਤਵਪੂਰਨ ਆ ਵੀ ਇਹਨੂੰ ਤੁਸੀਂ ਯਾਦ ਰੱਖਣਾ ਗਾ। ਸੁਤੰਤਰ ਪਾਰਟੀ ਦੇ ਜਿਹੜੇ ਲੀਡਰ ਸੀ KM ਮੁਨਸ਼ੀ ਅਤੇ ਮੀਨੂ ਮਸਾਨੀ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾ, ਇੱਥੋਂ ਸਵਾਲ ਬਣ ਸਕਦਾ ਹੈਗਾ। ਹਾਂਜੀ, ਕਿਉਂਕਿ ਇਹਦੀ ਵਿਚਾਰਧਾਰਾ ਵੱਖਰੀ ਹੈ, ਇੱਥੋਂ ਤੁਹਾਨੂੰ ਸਵਾਲ ਜ਼ਰੂਰ ਬਣ ਸਕਦਾ ਗਾ। ਹਾਂਜੀ, ਇਸ ਦੇ ਨਾਲ ਹੀ ਇਹ ਆਪਣਾ ਚੈਪਟਰ ਕੰਪਲੀਟ ਹੁੰਦਾ ਹੈ। ਇਹਦੀ ਸਿਰਫ ਇੱਕ ਵੀਡੀਓ ਦੇ ਵਿੱਚ ਹੀ ਆਪਣਾ ਚੈਪਟਰ ਕੰਪਲੀਟ ਹੁੰਦਾ, ਕਿਉਂਕਿ ਚੈਪਟਰ ਜ਼ਿਆਦਾ ਵੱਡਾ ਨਹੀਂ ਸੀਗਾ, ਛੋਟਾ ਹੀ ਸੀਗਾ ਚੈਪਟਰ, ਬਹੁਤ ਆਸਾਨ ਵੀ ਸੀਗਾ ਇਹ ਚੈਪਟਰ। ਤਾਂ ਇਸ ਦੇ ਨਾਲ ਹੀ ਆਪਣੀ ਵੀਡੀਓ ਵੀ ਕੰਪਲੀਟ ਹੁੰਦੀ ਹੈ ਵੀ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ। ਜੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਕਮੈਂਟ ਦੇ ਵਿੱਚ ਦੱਸਿਆ ਕਰੋ। ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਹਾਂਜੀ, ਥੈਂਕ ਯੂ ਵੈਰੀ ਮੱਚ।